ਮੋਹਾਲੀ ਨਗਰ ਨਿਗਮ ਦੀ ਇੱਕ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੋਹਾਲੀ ਨਾਲ ਜੁੜੇ ਕੁਝ ਮਹੱਤਵਪੂਰਨ ਮਤੇ ਪਾਸ ਕੀਤੇ ਗਏ। ਇਸ ਦੌਰਾਨ ਇਹ ਵੀ ਵੇਖਣ ਵਿੱਚ ਆਇਆ ਕਿ ਸਿਰਫ 10 ਮਿੰਟ ਵਿੱਚ ਹੀ ਮੀਟਿੰਗ ਸਮਾਪਤ ਹੋ ਗਈ ਅਤੇ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਕੌਂਸਲਰ ਆਪੋ ਆਪਣੇ ਵਾਰਡਾਂ ਦੀਆਂ ਸ਼ਿਕਾਇਤਾਂ ਸੁਣਾਉਂਦੇ ਰਹੇ, ਪਰ ਮੇਅਰ ਅਤੇ ਉਹਨਾਂ ਦੀ ਟੀਮ ਉੱਠ ਕੇ ਉੱਥੋਂ ਚਲੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਮਹਿਲਾ ਕੌਂਸਲਰ ਬਲਰਾਜ ਕੌਰ ਧਾਲੀਵਾਲ ਦੇ ਸਹੁਰਾ ਸਾਹਿਬ ਕਰੋੜਾ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਹੀ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਦੇ ਕਬਜ਼ੇ ਦਾ ਮਸਲਾ ਚੁੱਕਦਿਆਂ ਕਿਹਾ ਕਿ 30 ਸਤੰਬਰ 2020 ਨੂੰ ਹਾਈ ਕੋਰਟ ਨੇ ਇਹ ਰੇਹੜੀਆਂ ਫੜੀਆਂ ਚੁਕਵਾਉਣ ਲਈ ਹਦਾਇਤਾਂ ਦਿੱਤੀਆਂ ਸਨ, ਪਰ ਅੱਜ ਤੱਕ ਇਹ ਰੇਹੜੀਆਂ ਫੜੀਆਂ ਹਟਣ ਦੀ ਥਾਂ 'ਤੇ ਹੋਰ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਜੇ 20 ਦਿਨਾਂ ਦੇ ਅੰਦਰ ਅੰਦਰ ਇਹਨਾਂ ਰੇਹੜੀ ਫੜੀ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਨਾ ਕੀਤੀ ਗਈ ਤਾਂ ਉਹ ਇਸ ਦੇ ਖਿਲਾਫ ਕੰਟੈਂਪਟ ਆਫ ਕੋਰਟ ਦਾ ਮਾਮਲਾ ਦਰਜ ਕਰਨਗੇ ਅਤੇ ਇਸ ਵਿੱਚ ਕਮਿਸ਼ਨਰ ਨੂੰ ਬਾਏ ਨੇਮ ਪਾਰਟੀ ਬਣਾਉਣਗੇ। ਮੋਹਾਲੀ ਦੀਆਂ ਇਹ ਸੜਕਾਂ ਦੇ ਨਾਲ 20 ਸੜਕਾਂ ਦੀ ਮਕੈਨੀਕਲ ਸਵੀਪਿੰਗ ਕਰਨ ਵਾਲੇ ਮੁੱਦੇ 'ਤੇ ਬੋਲਦਿਆਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ 20 ਸੜਕਾਂ 'ਤੇ ਮੈਨੂਅਲ ਸਵੀਪਿੰਗ ਦਾ ਕੰਮ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੈ, ਕਿਉਂਕਿ ਇਸ ਨਾਲ 7 ਕਰੋੜ ਰੁਪਏ ਦਾ ਵਾਧੂ ਖਰਚਾ ਸਾਲ ਵਿੱਚ ਹੋਣਾ ਹੈ ਅਤੇ ਇਸ ਨਾਲ ਕਰਮਚਾਰੀਆਂ ਨੂੰ ਕੋਈ ਇੰਪਲੋਇਮੈਂਟ ਵੀ ਨਹੀਂ ਮਿਲਣੀ, ਜਦੋਂ ਕਿ ਜੇਕਰ ਇਹੀ ਕੰਮ ਮੈਨੂਅਲ ਕਰਵਾਇਆ ਜਾਵੇ ਤਾਂ ਇਸ ਵਿੱਚ 450 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ 7 ਕਰੋੜ ਰੁਪਏ ਦੀ ਘੱਟ ਰਕਮ ਵੀ ਸਫਾਈ ਉੱਤੇ ਲੱਗੇਗੀ। ਇਸੇ ਦੌਰਾਨ ਮੋਹਾਲੀ ਨਗਰ ਨਿਗਮ ਵੱਲੋਂ ਲਗਭਗ 19 ਕਰੋੜ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਹਨ, ਜੋ ਕਿ ਖਾਸ ਤੌਰ 'ਤੇ ਸੈਕਟਰ 76 ਤੋਂ 80 ਲਈ ਹਨ। ਇਹਨਾਂ ਵਿੱਚ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ, ਪੇਵਰ ਬਲਾਕਾਂ ਦਾ ਕੰਮ, ਜ਼ੈਬਰਾ ਕ੍ਰਾਸਿੰਗ ਦਾ ਕੰਮ ਅਤੇ ਇਸ ਤਰ੍ਹਾਂ ਦੇ ਹੋਰ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਸੈਕਟਰ 78 ਵਿੱਚ ਬਣਾਏ ਜਾਣ ਵਾਲੇ ਨਵੇਂ ਫਾਇਰ ਸਟੇਸ਼ਨ ਵਾਸਤੇ ਲਗਭਗ 3 ਕਰੋੜ ਰੁਪਏ ਰੱਖੇ ਗਏ ਹਨ। ਇਹ ਵੀ ਮਤਾ ਪਾਸ ਕੀਤਾ ਗਿਆ ਹੈ। ਇੱਕ ਟੇਬਲ ਆਈਟਮ ਰਾਹੀਂ ਸਫਾਈ ਵਾਸਤੇ ਭਰਤੀ ਕੀਤੇ ਜਾਣ ਵਾਲੇ 1000 ਕਰਮਚਾਰੀਆਂ ਵਾਸਤੇ ਦਸਤਾਨੇ, ਬੂਟ, ਰੇਹੜੀਆਂ, ਟਰਾਲੀਆਂ ਅਤੇ ਹੋਰ ਸਮਾਨ ਖਰੀਦਣ ਲਈ 2 ਕਰੋੜ 64 ਲੱਖ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਕਾਬਜ਼ ਧਿਰ 'ਤੇ ਅਨੇਕਾਂ ਦੋਸ਼ ਲਗਾਏ। ਵਿਰੋਧੀ ਧਿਰ ਦੇ ਕੌਂਸਲਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵਾਰਡਾਂ ਨਾਲ ਚੁਣ ਕੇ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਕੋਈ ਵੀ ਕੰਮ ਨਹੀਂ ਕਰਵਾਏ ਜਾਂਦੇ। ਉਹਨਾਂ ਕਿਹਾ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਆਉਂਦੀਆਂ ਮੀਟਿੰਗਾਂ ਦਾ ਬਾਈਕਾਟ ਵੀ ਕਰ ਸਕਦੇ ਹਨ ਅਤੇ ਮੌਕੇ 'ਤੇ ਮੀਟਿੰਗ ਵਿੱਚ ਆ ਕੇ ਉੱਥੋਂ ਵਾਕ ਆਊਟ ਵੀ ਕਰ ਸਕਦੇ ਹਨ। ਜਿਹੜਾ ਅਪਰੋਚਮੈਂਟ ਦਾ ਤੁਸੀਂ ਮੁੱਦਾ ਉਠਾਇਆ ਰੇਹੜੀ ਫੜੀਆਂ ਦਾ, ਕੋਰਟ ਦੇ ਵਿੱਚ ਜਾ ਰਹੇ ਹੋ, ਕੀ ਆ ਤੁਹਾਡਾ? ਦੇਖੋ, ਮੈਂ ਆਰਟੀਆਈ ਦੇ ਵਿੱਚ ਅੱਜ ਇਹਨਾਂ ਨੂੰ ਆਰਡਰ ਦੇ ਦਿੱਤੇ ਨੇ। ਆਰਡਰ ਇਹਨਾਂ ਕੋਲ ਹੈ ਸੀ। ਤੁਹਾਨੂੰ ਪਤਾ ਵੀ ਦਫ਼ਤਰਾਂ ਦੇ ਵਿੱਚ ਆਰਡਰਾਂ ਦੇ ਬਾਅਦ ਇਹ ਫਾਈਲਾਂ 'ਚ ਹੀ ਦੱਬ ਕੇ ਰੱਖ ਦਿੰਦੇ ਨੇ, ਕਈ ਸਾਲ ਆਰਡਰ ਹੀ ਨਹੀਂ ਕੱਢਦੇ। ਔਰ ਇੰਨੀ ਹੈਰਾਨਗੀ ਦੀ ਗੱਲ ਹੈ ਕਿ ਡੀਪੀ ਦਾ ਆਰਡਰ ਹੈ, 30/9/2020 ਦਾ ਆਰਡਰ ਹੈ। ਉਹ ਕਹਿੰਦੇ ਜੀ ਸਾਡੇ ਕੋਲ ਹੈਗਾ, ਜੇ ਹੈਗਾ ਤੇ ਤੁਸੀਂ ਐਕਸ਼ਨ ਉਹਦੇ 'ਚ ਕਲੀਅਰ ਕੱਟ ਲਿਖਿਆ ਕਿ 6 ਮਹੀਨਿਆਂ ਦੇ ਵਿੱਚ ਰਿਮੂਵਲ ਕਰਨੀ ਹੈ, ਰਿਮੂਵਲ ਕਰਕੇ ਉਹਦੀ ਵੀਡੀਓ ਬਣਾ ਕੇ ਹਾਈ ਕੋਰਟ ਦੇ ਵਿੱਚ ਪੇਸ਼ ਕਰਨੀ ਹੈ। ਨਾ ਤਾਂ ਹਜੇ ਤੱਕ ਕੋਈ ਐਕਸ਼ਨ ਸਟਾਰਟ ਹੋਇਆ। ਹੁਣ ਤੁਹਾਡੇ ਸਾਹਮਣੇ ਕਮਿਸ਼ਨਰ ਸਾਹਿਬ ਕਹਿ ਰਹੇ ਟੀਮਾਂ ਬਣਾ ਰਹੇ ਆ। ਜ਼ੋਨ 'ਚ ਵੰਡਦਾ ਸੀ, ਜ਼ੋਨ 'ਚ ਤਾਂ ਵੰਡਿਆ ਕਿ ਮੈਂ ਪਰਸੋਂ ਚਿੱਠੀ ਭੇਜੀ ਸੀਗੀ। ਉਸ ਚਿੱਠੀ ਦਾ ਇੱਕ ਜਵਾਬ ਹੈ ਉਹਨਾਂ ਦਾ, ਨਾ ਕਿ ਉਹਨਾਂ ਨੇ ਕੋਈ ਕੰਮ ਕੀਤਾ ਨਾ ਕਰਨਾ ਉਹਨਾਂ ਨੇ। ਪਿਛਲੀ ਵਾਰੀ ਤੁਹਾਡੇ ਸਾਹਮਣੇ ਕਿਹਾ ਸੀ ਨਾ ਵੀ 1 ਮਹੀਨੇ ਦੇ ਵਿੱਚ ਵੀ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ, ਕੋਈ ਦਰਖਤਾਂ ਦੀ ਪ੍ਰੂਨਿੰਗ ਨਹੀਂ ਰੁਕੇਗੀ, ਕੁਝ ਨਹੀਂ ਰੁਕੇਗੀ। ਅੱਜ ਫਿਰ ਉੱਥੇ ਦਾ ਉੱਥੇ ਹੀ ਖੜਾ, ਪਤਰਾਲਾ ਉੱਥੇ ਦਾ ਉੱਥੇ ਹੀ ਹੈ, ਕੋਈ ਕੰਮ ਨਹੀਂ ਹੁੰਦਾ। ਇੱਥੇ ਸਭ ਕੰਮ ਜਿਹੜੇ ਨੇ ਪਿਕ ਐਂਡ ਚੂਜ਼ ਦੇ ਨਾਲ ਹੋ ਰਹੇ ਨੇ। ਜਿਹੜੇ ਕਿਸੇ ਦੇ ਕੰਮ ਕਰਨੇ ਨੇ ਉਹ ਕੰਮ ਰੋਕੇ ਜਾਂਦੇ। ਤੁਸੀਂ ਕੋਈ ਕੰਟੈਂਪਟ ਪਾਣ ਜਾ ਰਹੇ ਹੋ? ਮੈਂ ਦੇਖੋ ਜੀ, ਜੇ ਮੈਂ 20 ਦਿਨਾਂ 'ਚ ਇਹਨਾਂ ਨੇ ਮੈਨੂੰ ਟਾਈਮ ਦਿੱਤਾ 20 ਦਿਨ ਦਾ, ਜੇ 20 ਦਿਨਾਂ 'ਚ ਨਹੀਂ ਦੇਣਗੇ ਤਾਂ ਮੈਂ ਬਾਈ ਨੇਮ ਕੰਟੈਂਪਟ ਪਾਣੀ ਹੈ। ਕਮਿਸ਼ਨਰ, ਗਮਾਂਡਾ ਤੇ ਇਹਨਾਂ ਦੇ ਉੱਤੇ ਸਿੱਧੀ ਪਾਣੀ ਬਾਈਕ ਨੇ। ਕੇਸ ਕਿਹਨੇ ਪਾਇਆ? ਤੁਸੀਂ ਪਾਇਆ ਸੀ ਕੇਸ? ਨਹੀਂ, ਕੇਸ ਜਿਹਨੇ ਮਰਜ਼ੀ ਪਾਇਆ ਹੋਵੇ। ਆਰਡਰ ਤਾਂ ਆਰਡਰ ਇੰਪਲੀਮੈਂਟੇਸ਼ਨ ਹੋਣੀ ਹੈ। RWS ਦਾ ਪਾਇਆ ਹੋਇਆ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਪਾਇਆ ਹੋਇਆ 11 ਫੇਜ਼ ਦਾ, ਪਰ ਸਾਰੇ ਮੁਹਾਲੀ ਵਾਸਤੇ ਆਰਡਰ। ਇਹ PIL ਹੈ, ਪਬਲਿਕ ਇੰਟਰਸਟ ਲਿਟੀਗੇਸ਼ਨ? ਨਹੀਂ, CPW ਹੈ, ਸਿਵਲ ਪਟੀਸ਼ਨ ਹੈ, ਸਿਵਲ ਰਿਟ ਪਟੀਸ਼ਨ ਹੈ। ਠੀਕ ਹੈ। ਇਹ ਸਿਵਲ ਰਿਟ ਪਟੀਸ਼ਨ ਦਾ ਮਤਲਬ ਕੀ ਹੁੰਦਾ ਹੈ? ਉਹ ਹੀਅਰਿੰਗ ਦੇ ਨਾਲ ਦੀ ਨਾਲ ਹੀ ਆਰਡਰ ਹੁੰਦੇ ਨੇ, ਨਾਲ ਦੀ ਨਾਲ ਆਰਡਰ ਹੋਏ ਨੇ।
ਔਰ ਇਹਦੇ ਵਿੱਚ ਕੋਈ ਉਹਨਾਂ ਨੇ ਪਾਰਟੀ ਨਹੀਂ ਬੁਲਾਈ, ਉਹਨਾਂ ਨੂੰ ਸਭ ਕੁਝ ਦਿਖ ਗਿਆ ਜਦੋਂ ਫੋਟੋਗ੍ਰਾਫ ਉੱਤੇ ਪੇਸ਼ ਕੀਤੀਆਂ ਗਈਆਂ ਵੀ ਹਾਂ ਵਾਕਈ ਇੱਥੇ ਇਨਕਰੋਚਮੈਂਟ ਹੋਈ ਹੈ। ਹੁਣ ਤੁਸੀਂ ਕਰੋਗੇ ਜੇ 950 ਰੇਹੜੀ ਦੇ ਲਾਇਸੈਂਸ ਅਸੀਂ ਇਸ਼ੂ ਕਰਕੇ ਗਏ ਸੀ, ਉਸ ਤੋਂ ਬਾਅਦ ਕੋਈ ਸਰਵੇ ਨਹੀਂ ਹੋਇਆ। ਅੱਜ ਤੁਸੀਂ ਮੇਰੇ ਨਾਲ ਆ ਜਾਓ 3V1 ਚ ਮੈਂ ਤੁਹਾਨੂੰ 400 ਰੇਹੜੀ ਖੜੀ ਦਿਖਾ ਦਿੰਦਾ ਰਾਮਗੜੀਆ ਗੁਰਦੁਆਰਾ ਥਾਣੇ। ਕੱਲ ਕਮਿਸ਼ਨਰ ਸਾਹਿਬ ਨੂੰ ਮੈਂ ਟੈਲੀਫੋਨ ਤੇ ਕਿਹਾ ਵੀ ਉੱਥੇ ਰੇਹੜੀਆਂ ਚੱਕੋ, ਉਹ ਕਹਿੰਦੇ ਜੀ ਗਰੀਬਾਂ ਨੂੰ ਨਾ ਮਾਰ ਦਿਓ, ਪਾਰਕਿੰਗ 'ਚ ਹੀ ਖੜੇ ਨੇ। ਮੈਂ ਪਾਰਕਿੰਗ ਤਾਂ ਫਿਰ ਕੌਂਸਲ ਦੀ ਵੀ ਇੱਥੇ ਹੀ ਖੜਾ ਲਓ ਰੇਹੜੀਆਂ ਸਾਰੀਆਂ, ਤਾਂ ਪਾਰਕਿੰਗ ਤਾਂ ਮੈਂ ਮੇਅਰ ਸਾਹਿਬ ਦੇ ਘਰ ਦੇ ਬਾਹਰ ਬੜੀ ਲੰਬੀ ਚੌੜੀ, ਉੱਥੇ ਖੜਾ ਦਿਓ ਰੇਹੜੀਆਂ। ਇਹ ਕੀ ਆ, ਕਿਸੇ ਹੋਰ ਦੇ ਘਰ ਦੇ ਕੋਲ ਖੜੀ ਹੈ ਤੇ ਪਾਰਕਿੰਗ ਹੈ, ਤੁਹਾਡੇ ਘਰ ਦੇ ਸਾਹਮਣੇ ਖੜੀ ਹੋਵੇ ਤਾਂ ਇਨਕਰੋਚਮੈਂਟ ਹੈ। ਸੈਕਟਰੀ ਸਾਹਿਬ ਆਮ ਤੌਰ ਤੇ ਦੇਖਿਆ ਕਾਰਪੋਰੇਸ਼ਨ ਮੀਟਿੰਗਾਂ ਸਿਰਫ 10 ਮਿੰਟ ਦੇ ਵਿੱਚ ਖਤਮ ਹੁੰਦੀ ਆ ਕਿ ਵਿਰੋਧੀ ਧਿਰ ਕੋਲੇ ਕੋਈ ਮੁੱਦੇ ਨਹੀਂ, ਜਦੋਂ ਉਹਨਾਂ ਮੇਅਰ ਕੋਲੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਵਿਰੋਧੀ ਧਿਰ ਕੋਲੇ ਮੁੱਦੇ ਨਹੀਂ, ਜਿਸ ਕਰਕੇ ਮੀਟਿੰਗ ਅਸੀਂ ਜਲਦੀ ਖਤਮ ਕਰ ਦਈਏ। ਦੇਖੋ ਤੁਹਾਡੇ ਸਾਹਮਣੇ ਅੱਜ ਮੁੱਦੇ ਸੀ ਨਾ, ਕੋਈ ਜਵਾਬ ਦਿੱਤਾ? ਕੋਈ ਜਵਾਬ ਨਹੀਂ ਦਿੱਤਾ। ਕੱਲਾ ਕਾਉਂਸਲਰ ਕਿਹਾ ਬੋਲੇਗਾ, ਉਦੋਂ ਤੁਹਾਨੂੰ ਬੁਲਾ ਕੇ ਬਾਈਟ ਦੇਣੀ ਸ਼ੁਰੂ ਕਰ ਦਿੱਤੀ। ਮੁੱਦੇ ਤਾਂ ਸਾਡੇ ਕੋਲ ਬੜੇ ਨੇ, ਜੇ ਮੁੱਦੇ ਸੁਣਨ ਜੋਗਾ ਜਿਗਰਾ ਹੋਵੇ ਤੇ ਜੇ ਜਵਾਬ ਮੇਅਰ ਸਾਹਿਬ ਨੇ ਦੇਣਾ ਹੁੰਦਾ ਤੇ ਜਵਾਬ ਮੇਦੀ ਸਾਹਿਬ ਦੇ ਰਹੇ ਹੁੰਦੇ ਨੇ, ਕਿਉਂ ਮੇਅਰ ਸਾਹਿਬ ਨੂੰ ਅਸੀਂ ਐਡਰੈਸ ਜਿਹੜੀ ਮੀਟਿੰਗ ਹੁੰਦੀ ਹੈ ਮੇਅਰ ਨੂੰ ਹੁੰਦੀ ਹੈ। ਜੇ ਮੇਅਰ ਨੇ ਜਵਾਬ ਦੇਣਾ ਤੇ ਉਹਦੇ ਚ ਬੇਦੀ ਸਾਹਿਬ ਜਵਾਬ ਕਿਵੇਂ ਦੇ ਰਹੇ ਨੇ? ਉਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਆਰਡਰ ਕਿਹੜੀ ਡੇਟ ਦੇ ਨੇ, ਉਹ ਡੇਟ ਪੁੱਛਦੇ ਨੇ। ਪਿਛਲੀ ਵਾਰੀ ਉਹਨਾਂ ਕੋਲ ਨਕਸ਼ਾ ਨਹੀਂ ਸੀ, ਉਹਦਾ ਜਿਹੜੀ ਸੀਵਰੇਜ ਪਾਈਪਲਾਈਨ ਪੈ ਰਹੀ ਹੈ ਕੋਈ ਚੀਜ਼ ਹੈ ਇਹਨਾਂ ਕੋਲ, ਇਹ ਦੱਸਤਾ ਦੇਣ ਵੀ ਸਾਡੇ ਕੋਲ ਆਹ ਚੀਜ਼ ਹੈਗੀ ਹੈ, ਕੋਈ ਚੀਜ਼ ਨਹੀਂ ਇਹਨਾਂ ਕੋਲ ਹੈਗੀ। ਜਿਹੜੀ ਮੀਟਿੰਗ ਵੀ ਖਤਮ ਹੁੰਦੀ ਹੈ ਵੋਟ ਆਫ ਥੈਂਕਸ ਨਾਲ ਹੁੰਦੀ ਹੈ, ਜੋ ਮੇਅਰ ਸਾਹਿਬ ਨੇ ਅੱਜ ਤੱਕ ਕਿਸੇ ਮੀਟਿੰਗ 'ਚ ਨਹੀਂ ਕੀਤਾ ਹੈਗਾ। ਦੂਜੀ ਗੱਲ ਇਹ ਹੈ ਵੀ ਹਮੇਸ਼ਾ ਜੋ ਹਾਊਸ ਮੀਟਿੰਗ ਹੁੰਦੀ ਹੈ ਉਹ ਏਜੰਡਾ ਡਿਸਕਸ ਕਰਨ ਲਈ ਹਾਊਸ ਮੀਟਿੰਗ ਬੁਲਾਈ ਜਾਂਦੀ ਹੈ। ਇਹ ਪਹਿਲੀ ਵਾਰ ਹੋਇਆ ਕਿ ਮੇਅਰ ਸਾਹਿਬ ਵੀ ਕਾਉਂਸਲਰ ਨੂੰ ਕਹਿ ਰਹੇ ਨੇ ਕਿ ਤੂੰ ਮੇਰੇ ਕਮਰੇ 'ਚ ਆ ਕੇ ਜਿਹੜਾ ਤੇਰਾ ਮੁੱਦਾ ਉੱਥੇ ਆ ਕੇ ਗੱਲ ਕਰ ਲਈ, ਹਾਊਸ ਮੀਟਿੰਗ ਨਹੀਂ ਕਰਨੀ ਸੀ। ਸੋ ਇਸ ਤਰੀਕੇ ਨਾਲ ਤਾਂ ਹਾਊਸ ਮੀਟਿੰਗਸ ਹੋ ਰਹੀਆਂ ਨੇ, ਤਾਂ ਮੁੱਦੇ ਤਾਂ ਹਰ ਇੱਕ ਐਮਸੀ ਕੋਲ ਨੇ, ਪਰ ਇਹ ਸੁਣਿਆ ਜਾਣਗੇ ਤਾਂ ਇਹਨਾਂ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਹੈ। ਪੱਖਪਾਤ ਕੀਤਾ ਜਾਂਦਾ, ਪੂਰਾ ਪੱਖਪਾਤ ਕੀਤਾ ਜਾ ਰਿਹਾ ਜੀ। ਠੀਕ ਹੈ ਜੀ, ਹਾਊਸ ਕਦੇ ਇਸ ਤਰੀਕੇ ਨਾਲ ਫੰਕਸ਼ਨ ਕਰਦਾ ਹੀ ਨਹੀਂ ਹੈਗਾ ਜਿੱਦਾਂ ਕਿ ਮੇਅਰ ਸਾਹਿਬ ਚਾਹੁੰਦੇ ਨੇ। ਹਾਰੇ ਹੋਏ ਕਾਉਂਸਲਰ ਦੇ ਉਹਨਾਂ ਨੂੰ ਕੰਮ ਦਿੱਤੇ ਹਨ, ਨਾਲੇ ਹਾਊਸ ਦੀ ਫੰਕਸ਼ਨਿੰਗ ਨਹੀਂ ਹੁੰਦੀ ਹੈ। ਹਾਊਸ ਦੀ ਫੰਕਸ਼ਨਿੰਗ ਹੁੰਦੀ ਹੈ ਕਿ ਮੇਅਰ ਸਾਹਿਬ ਜਵਾਬਦੇ ਹੁੰਦੇ ਨੇ, ਮੇਅਰ ਸਾਹਿਬ ਨੂੰ ਹਰ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ। ਜਿਹੜਾ ਕੁਐਸਚਨ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਹੈ ਜਾਂ ਤਾਂ ਡਿਪਟੀ ਮੇਅਰ ਸਾਹਿਬ ਜਵਾਬ ਦੇ ਰਹੇ ਹੁੰਦੇ ਨੇ ਜਾਂ ਕਮਿਸ਼ਨਰ ਸਾਹਿਬ ਦੇ ਰਹੇ। ਤੁਹਾਡੇ ਸਾਹਮਣੇ ਖੜਾ ਮੈਂ ਇੱਕ ਉਹ ਬੰਦਾ ਵੀ ਜਿਹਦਾ ਵਾਰਡ ਦੇ ਵਿੱਚ ਅੱਜ ਤੱਕ ਉਹਨਾਂ ਨੇ ਇੱਕ ਵੀ ਕੰਮ ਨਹੀਂ ਹੋਣ ਦਿੱਤਾ, ਤੇ ਜੇ ਕਿਤੇ ਜਾਂਦੇ ਨੇ ਮੈਂ ਕਹਿੰਦਾ ਉੱਥੇ 4-5 ਥਾਵਾਂ ਤੇ ਲੋਕਾਂ ਦੇ ਘਰਾਂ ਦੇ ਮੂਹਰੇ ਸੀਵਰ ਦੇ ਟੋਏ ਪੈ ਗਏ, ਵਿੱਚ ਦਬੇ ਪਏ ਨੇ। ਮੈਂ ਪਿਛਲੀ ਮੀਟਿੰਗ 'ਚ ਵੀ ਕਰਿਆ, ਉਦੋਂ ਵੀ ਕਿਹਾ ਜੀ ਹਾਂ ਕੱਲ ਨੂੰ ਦੇਖ ਲਿਓ ਤੁਸੀਂ, ਕੱਲ ਤੱਕ ਹੋ ਜਾਊਗਾ। ਤੇ ਇਹ 4 ਮਹੀਨਿਆਂ ਦੇ 4-5 ਟੋਏ ਅਜੇ ਤੱਕ ਉਹ ਨਹੀਂ ਭਰਨ ਦਿੱਤੇ ਜਾ ਰਹੇ। ਤੇ ਜਿਹੜੀ ਗੱਲ ਮੈਂ ਉੱਥੇ ਬਾਰ-ਬਾਰ ਇਹ ਗੱਲ ਕਹੀ ਹੈ ਵੀ ਇੱਕ ਸੀਵਰ ਲਾਈਨ ਹੈ ਜਿਹੜੀ ਸਾਰੇ ਏਰੀਆ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀ ਹੈ, ਵੀ ਤੁਸੀਂ ਇੱਕ ਵਾਰੀ ਕੈਮਰਾ ਲਾ ਕੇ ਉਹਨੂੰ ਦਿਖਾ ਦਿਓ। ਮੇਰਾ ਦਾਅਵਾ ਵੀ ਉਹ ਬੰਦ ਹੈ। ਤੇ ਅੱਜ ਤੱਕ 10 ਮੀਟਿੰਗਾਂ ਜੇ ਮੇਅਰ ਸਾਹਿਬ ਆਪਣੇ ਕਮਿਸ਼ਨਰ ਸਾਹਿਬ ਨਾਲ ਹੋ ਗਈਆਂ, ਜਿਹਦੇ ਵਿੱਚ ਐਸਸੀ ਵੀ ਹੁੰਦੇ ਨੇ, ਐਕਸ਼ਨ ਵੀ ਹੁੰਦੇ ਨੇ, ਸਾਰੇ ਹੁੰਦੇ ਨੇ, ਤੇ ਅਜੇ ਤੱਕ ਉਹ ਬੰਦਾ ਨਹੀਂ ਪਹੁੰਚਿਆ ਉੱਥੇ। ਹਰੇਕ ਵਾਰੀ ਜਦੋਂ ਮੀਟਿੰਗ ਹੁੰਦੀ ਹੈ ਇਹੀ ਹੁੰਦਾ ਵੀ ਸਾਡੇ ਕੋਲੇ ਜੀ ਸਟਾਫ ਦੀ ਘਾਟ ਹੈ। ਸਾਡੇ ਕੋਲੇ ਅੱਜ ਤੁਸੀਂ ਮਸਲਾ ਚੱਕਿਆ ਸੀ ਮੀਟਿੰਗ ਦੇ ਵਿੱਚ ਜਿਹੜਾ ਬੀ ਰੋਡ ਦੇ ਉੱਪਰ ਮਕੈਨੀਕਲ ਸਵੀਪਿੰਗ ਦੀ ਥਾਂ ਤੇ ਮੈਨੂਅਲ ਸਵੀਪਿੰਗ ਦਾ, ਇਹਦੇ ਬਾਰੇ ਦੱਸੋ ਤੁਸੀਂ ਕੀ ਕਿਹਾ? ਨਹੀਂ, ਉਹਦੇ ਬਾਰੇ ਇਹ ਹੈ ਜੀ, ਦੇਖੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਜਿਹੜਾ ਬੀ ਰੋਡ ਦੇ ਉੱਤੇ ਮਤਲਬ ਮਕੈਨੀਕਲ ਸਵੀਪਿੰਗ ਹੈ ਉਹ ਉੱਥੇ ਉਹਦੀ ਇਫੈਕਟਿਵ ਹੀ ਨਹੀਂ ਹੈਗੀ। ਉਹ ਸਿਰਫ ਠੇਕੇਦਾਰ ਨੂੰ ਬੈਨੀਫਿਟ ਦੇਣ ਵਾਸਤੇ ਕੀਤਾ ਜਾ ਰਿਹਾ ਠੇਕਾ ਹੈ, ਤੇ ਹੋਰ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਜਿਹੜੇ ਹੁਣ ਸਾਨੂੰ ਸਾਡੇ ਕਹਿ ਰਹੇ ਸੀ ਐਸਸੀ ਸਾਹਿਬ ਵੀ ਨਹੀਂ ਜੀ ਬੀ ਰੋਡ ਦੇ ਉੱਤੇ ਤਾਂ ਬੜੀ ਖੁੱਲੀ ਥਾਂ ਹੁੰਦੀ ਹੈ, ਤੇ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਵੀ ਮੇਰੇ ਨਾਲ ਆਉਣ, ਮੈਂ ਉਹਨਾਂ ਨੂੰ ਸਾਰੀ 70 ਸੈਕਟਰ ਦੀ ਬੀ ਰੋਡ ਘੁਮਾਉਣਾ, ਤੇ ਤੁਸੀਂ 1 ਵੀ ਇੰਚ ਥਾਂ ਦੱਸਣੋ ਜਿੱਥੇ ਗੱਡੀਆਂ ਨਹੀਂ ਖੜੀਆਂ ਚਾਰੇ ਪਾਸੇ। ਹਰੇਕ ਬੀ ਰੋਡ ਦੇ ਉੱਤੇ ਗੱਡੀਆਂ ਨਾਲ ਭਰਪੂਰ ਆ। ਉਹ ਨੰਬਰ 2 ਮੈਂ ਉਹਨਾਂ ਨੂੰ ਕਿਹਾ ਸੀ ਵੀ ਪਿਛਲੇ ਅਸੀਂ 2-3 ਮੀਟਿੰਗਾਂ ਕੀਤੀਆਂ, ਉਹਦੇ ਵਿੱਚ ਕਿਹਾ ਵੀ ਲੇਬਰ ਜਿਹੜੀ ਅਸੀਂ ਜੀ ਡਾਇਰੈਕਟ ਭਰਤੀ ਕਰਾਂਗੇ ਤੇ ਠੇਕੇਦਾਰੀ ਸਿਸਟਮ ਬੰਦ ਕਰਾਂਗੇ। ਤੇ ਹੁਣ ਕੀ ਹੋਇਆ, ਮੈਂ ਐਵੇਂ ਨਹੀਂ ਕਹੀ, ਮੈਂ ਤੱਥਾਂ ਨਾਲ ਕਹਿ ਰਿਹਾ ਵੀ ਮਤਲਬ 11,133 ਰੁਪਏ ਇੱਕ ਬੰਦੇ ਨੂੰ, ਮਤਲਬ 1 ਮਹੀਨੇ 'ਚ ਉਹਦੇ ਸਾਰੇ ਫੰਡ 'ਚ ਦੇ ਡਿਊਜ਼ ਦੇ ਮੁਤਾਬਕ ਉਹਨਾਂ ਨੂੰ ਜਾਂਦਾ, ਜਿਹਨਾਂ 'ਚੋਂ 8377 ਰੁਪਏ ਉਹਨਾਂ ਦੇ ਕੈਸ਼ ਇਨ ਹੈਂਡ ਆਉਂਦਾ 1 ਮਹੀਨੇ ਦਾ। ਜਿਹਦਾ ਮਤਲਬ ਕੀ ਹੈ 1 ਲੱਖ ਮਤਲਬ ਜਿਹੜਾ 5 ਕਰੋੜ 50 ਲੱਖ ਨਾਲ 412 ਬੰਦੇ ਮੈਨੂਅਲ ਉਹਨਾਂ ਕੰਮ ਕਰਦੇ ਨੇ ਜਿੰਨਾ ਉਹ ਮਤਲਬ 12 ਕਰੋੜ 33 ਲੱਖ ਨਾਲ ਸਵੀਪਿੰਗ ਮਸ਼ੀਨ ਨਾਲ ਕਰਨਾ ਚਾਹੁੰਦੇ ਨੇ। ਇੱਕ ਸਵੀਪਿੰਗ ਮਸ਼ੀਨ ਦਾ ਖਰਚਾ ਜਿਹੜੇ ਸਾਰੇ ਉਹਦੇ ਨਾਲ 1916 ਰੁਪਏ ਹੈ, ਜਦੋਂ ਕਿ ਇਸ ਜਿਹੜਾ ਆਹ ਮਤਲਬ ਇਹਦੇ 'ਚ ਸਾਰਾ ਉਹ 365 ਰੁਪਏ ਦਾ ਇੱਕ ਦਿਨ ਦਾ ਉਹ ਖਰਚਾ। ਮਤਲਬ ਇਹਨੂੰ ਲੋਕਾਂ ਦਾ ਰੁਜ਼ਗਾਰ ਕਰੋਨਾ ਨੇ ਖੋਲਿਆ, ਹੁਣ ਇਹ ਖੋਣ ਲੱਗੇ ਨੇ। ਉਹ ਰੁਜ਼ਗਾਰ ਵੀ ਦੇਣ, ਕਿੰਨੇ ਬੰਦੇ ਉਹਦੇ ਨਾਲ ਭਰਤੀ ਹੁੰਦੇ ਨੇ।
ਉਧਰਲੇ ਪਾਸੇ ਕੋਈ ਧਿਆਨ ਨਹੀਂ ਤੇ ਜਵਾਬ ਵੀ ਕੋਈ ਨਹੀਂ ਦਿੱਤਾ। ਮੈਂ ਤੁਹਾਡੇ ਸਾਹਮਣੇ ਕਹਿਣਾ ਵੀ ਗੱਲ ਨਹੀਂ, ਉਹਨਾਂ ਨੇ ਉੱਥੇ ਇੱਕ ਤੁਹਾਡੇ ਗੱਲ ਇਹ ਕਹੀ ਹੈ ਕਿ ਜਿਹੜੀ ਮਕੈਨੀਕਲ ਸਵੀਪਿੰਗ ਹੈ ਉਹ ਮੈਨੂਅਲ ਸਵੀਪਿੰਗ ਨਾਲੋਂ ਸਸਤੀ ਪੈ ਰਹੀ ਹੈ। ਨਹੀਂ, 2000 ਉਹਦੇ ਬਾਰੇ ਦੱਸੋ ਕੀ ਮੈਂ ਕਹਿੰਦਾ ਉਹ ਗਲਤ ਹੈ। ਨਹੀਂ, ਉਹਦੇ ਬਾਰੇ ਮੈਂ ਦੱਸਦਾ ਸੀ ਰੋਡ ਤੇ ਬੀ ਰੋਡ ਦੀ ਡਿਫਾਈਨ ਕੀਤਾ ਨਾ ਉਹਨਾਂ ਨੇ। ਬੀ ਰੋਡ ਦੇ ਉੱਤੇ 1 ਕਿਲੋਮੀਟਰ ਤੁਰ ਲਓ, ਸੀ ਰੋਡ ਤੇ 1 ਕਿਲੋਮੀਟਰ ਤੁਰ ਲਓ, ਹੈ ਦੋਨਾਂ 'ਚ ਫਰਕ ਆਏਗਾ। ਠੀਕ ਹੈ, ਉਹ ਸਾਨੂੰ ਬੀ ਰੋਡ ਦੀ ਕੈਲਕੂਲੇਟ ਕਰਕੇ ਦੱਸ ਰਹੇ ਨੇ। ਜੇ ਤੁਸੀਂ ਉਹਨੂੰ ਕੈਲਕੂਲੇਟ ਕਰਕੇ ਮਹਿੰਗੀ ਕਹਿੰਦੇ ਸਸਤੀ ਪੈਂਦੀ ਹੈ, ਪਰ ਸੀ ਰੋਡ ਦੀ ਵੀ ਕੈਲਕੂਲੇਟ ਕਰੋ, ਫਿਰ ਉਹ 1.5 ਕਿਲੋਮੀਟਰ ਕਰਾਓ ਉਹਨੂੰ। 1 ਕਿਲੋਮੀਟਰ ਕਿਉਂ ਕਰਾਉਂਦੇ ਹੋ? ਕਿਉਂਕਿ ਉਹਦਾ ਡਾਇਆ ਜਿਹੜਾ 18 ਫੁੱਟ ਹੁੰਦਾ ਸੀ ਰੋਡ ਦਾ, ਬੀ ਰੋਡ ਦਾ ਜਿਹੜਾ ਡਾਇਆ 40 ਫੁੱਟ ਹੁੰਦਾ, ਉਹ 40 ਫੁੱਟ ਤੋਂ 1 ਕਿਲੋਮੀਟਰ ਤੁਰਨਾ, ਉਹ 18 ਫੁੱਟ ਤੋਂ 1 ਕਿਲੋਮੀਟਰ ਤੁਰਨਾ, ਫਿਰ ਉਹਨੂੰ ਕਿਉਂ ਤੁਸੀਂ ਮੈਨੂਅਲ ਉਸ ਰੇਟ ਤੇ? ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਗੁੰਮਰਾਹ ਕਰ ਰਹੇ ਨੇ ਫਿਰ? ਨਹੀਂ, ਗੁੰਮਰਾਹ ਕਰ ਰਹੇ ਨੇ, ਸ਼ਰੀਆ ਗੁੰਮਰਾਹ ਕਰ ਰਹੇ ਨੇ। ਅੱਜ ਤੱਕ ਇੰਜੀਨੀਅਰਿੰਗ ਵਿੰਗ ਨੇ ਕਦੇ ਸਹੀ ਕੰਮ ਕੀਤਾ? ਉਹ ਗੁੰਮਰਾਹ ਤੋਂ ਸੋਏ ਹੋਰ ਕਰਦੀ ਕੀ ਆ? ਆ ਤੁਹਾਡੇ ਸਾਹਮਣੇ ਜਿਹੜੀ ਤੁਹਾਡਾ ਕੋਲ ਸੀਵਰੇਜ ਪਾਈਪਲਾਈਨ ਪੈ ਰਹੀ ਹੈ, ਉਹ ਠੇਕੇਦਾਰ ਰੋਂਦਾ 41% ਲੈਸ ਤੇ ਕੰਮ ਹੁੰਦਾ, CSR ਦਾ ਕਦੇ ਕੰਮ ਹੁੰਦਾ? ਉਹ ਕਹਿੰਦੇ ਨਹੀਂ ਜੀ, ਮੈਂ ਪਿਛਲੀ ਵਾਰੀ ਗੱਲ ਕੀਤੀ, ਕਹਿੰਦੇ ਨਹੀਂ ਜੀ ਨਹੀਂ 24% ਤੇ ਲੈਸ ਹੈ। ਮੈਂ ਕਿਹਾ ਜਿਹੜੀ 17 ਤੁਸੀਂ ਲੈਣੇ ਉਹ ਕਿੱਥੇ ਜਾਂਦੀ ਹੈ? ਮੇਰੀ ਨਾ ਇੱਕ ਗੱਲ ਨਹੀਂ ਬਣ ਗਈ ਆ ਨਾ, ਜਿਹੜੀ ਇਹ ਕਹਿ ਰਹੇ ਨੇ ਵੀ CB ਦਾ ਰੌਲਾ ਕੋਈ ਨਹੀਂ। ਆ ਜਿਹੜੀ ਨਾ ਆ ਤੁਹਾਡੇ ਸਾਹਮਣੇ ਨਾ ਕੈਲਕੂਲੇਸ਼ਨ, ਜਿਹੜੀ A ਰੋਡ ਹੈ ਉਹਦੀਆਂ 8 ਪੈਸੇਜ ਵਾਲੀ ਦੀ ਵੀ, 4 ਪੈਸੇਜ ਵਾਲੀ ਦੀ ਵੀ, 2 ਪੈਸੇਜ ਵਾਲੀ ਦੀ, ਸਭ ਦੀ ਕੁੱਲ ਮਿਲਾ ਕੇ ਮੋਹਾਲੀ ਦੇ ਵਿੱਚ 412 ਕਿਲੋਮੀਟਰ ਰੋਡ ਹੈ। 412 ਕਿਲੋਮੀਟਰ ਰੋਡ ਦਾ ਉਹਨਾਂ ਨੇ ਕਿਲੋਮੀਟਰ ਦੇ ਹਿਸਾਬ ਨਾਲ, ਏਰੀਆ ਦੇ ਹਿਸਾਬ ਨਾਲ ਖਰਚਾ ਕੱਢਿਆ। ਮੈਂ ਲੋਇਨ ਕੰਪਨੀ ਹੈ, ਅੱਜ ਕਰ ਰਹੀ ਹੈ, ਘਰਾਂ ਦੇ ਵਿੱਚ ਕੰਮ ਕਰ ਰਹੀ ਹੈ। ਮੈਂ ਤੁਹਾਨੂੰ ਉਹਨਾਂ ਨੂੰ ਪੁੱਛਣ ਤੋਂ ਬਾਅਦ ਸਾਰਾ ਮੈਂ ਕੈਲਕੂਲੇਟ ਕਰਕੇ ਕਹਿ ਰਿਹਾ ਵੀ ਇੱਕ ਬੰਦੇ ਦਾ 1,33,000 ਖਰਚ ਆਉਂਦਾ ਸਾਲ ਦਾ, ਤੇ ਜਦੋਂ ਕਿ ਇਹਨਾਂ ਦਾ ਜਿਹੜਾ ਖਰਚਾ ਉਹ ਮਤਲਬ ਉਹ ਇਹਦੇ ਨਾਲੋਂ 3 ਗੁਣਾ ਵੱਧ ਹੈ। ਯਾਨੀ 7 ਕਰੋੜ ਰੁਪਈਆ ਜੇ ਉਹ ਮੈਨੂਅਲ ਕਰਦੇ ਨੇ ਤੇ ਜੇ ਸਵੀਪਿੰਗ ਨਾਲ ਕਰਦੇ ਨੇ, 400 ਬੰਦਿਆਂ ਦਾ ਰੁਜ਼ਗਾਰ ਹੋ ਕੇ 10 ਬੰਦਿਆਂ ਨੂੰ ਰੁਜ਼ਗਾਰ ਮਿਲੂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਇਹ ਘਪਲਾ ਕੀਤਾ ਜਾ ਰਿਹਾ? ਬਿਲਕੁਲ, ਮੈਂ ਕਹਿੰਦਾ ਜੀ ਇਹੀ ਤਾਂ ਜਿਹੜੀ ਵਿਚਲੀ ਇਨਕਮ ਹੈ, ਜਿਹੜੀ ਵਿਚਲੀ ਇਨਕਮ ਹੈ ਉਹ ਕੰਪਨੀ ਨਾਲ ਅੰਡਰਸਟੈਂਡ ਗਿਆ, ਫਿਰ ਉਹ ਉਸ ਹਿਸਾਬ ਨਾਲ ਪੂਰਾ ਹੋਊਗਾ। ਤੁਸੀਂ ਬਿਜ਼ਨਸ ਤੋਂ ਜਾਓਗੇ ਜੀ ਫਿਰ ਇਹਦੇ ਵਾਸਤੇ? ਅਜੇ ਕਿ ਜਾਵਾਂਗੇ, ਜਦੋਂ ਕਰਨਗੇ ਉਸ ਵੇਲੇ ਜਾਵਾਂਗੇ। ਇਹ ਤਾਂ ਇਟ ਇਜ਼ ਟੂ ਅਰਲੀ ਟੂ ਸੇ ਦੈਟ ਕਿ ਕਿੱਥੇ ਜਾਣਾ ਆਪਾਂ ਨੇ। ਸਭ ਨੂੰ ਮਿਲ ਚੁੱਕੀ ਆ। ਸਫਾਈ ਦਾ ਮੈਂ ਹਰ ਵਾਰ ਮੁੱਦਾ ਉਠਾਉਂਦੀ ਹਾਂ। ਸਫਾਈ ਮੇਰੇ ਪਿੰਡ ਦੀ ਨਾ ਮਾਤਰ ਹੈ ਜੀ। ਮੇਰੀ ਪਾਰਕ ਦੇ ਵਿੱਚ ਜਿਹੜੇ ਟਰੈਕ ਲੱਗਣ ਵਾਲੇ ਬਿਲਕੁਲ ਕਿ ਆਪਣੇ ਦੇਖੋ ਮੋਹਾਲੀ ਦੇ ਵਿੱਚ ਵੀ ਸਿਹਤ ਮੰਤਰੀ ਹੋਵੇ ਔਰ ਪਾਰਕਾਂ ਦੀ ਤੁਸੀਂ ਹਾਲਤ ਦੇਖ ਸਕਦੇ ਹੋ, ਕੋਈ ਸੁਣਵਾਈ ਨਹੀਂ। ਸਰ ਇੱਕ ਵਾਰ ਕਮਿਸ਼ਨਰ ਸਾਹਿਬ ਨੂੰ ਮਿਲਦੇ ਆ ਤਾਂ ਇਹੀ ਕਹਿ ਦਿੰਦੇ ਆ ਵੀ ਤੁਸੀਂ ਬੇਰ ਸਾਹਿਬ ਨੂੰ ਕਹੋ। ਹਾਊਸ ਵਿੱਚ ਆਉਣ ਦਾ ਇਹੀ ਮਕਸਦ ਹੈ ਨਾ ਸਾਡਾ ਵੀ ਹਾਂ ਸਾਡੀ ਸੁਣਵਾਈ ਹੋਵੇ। ਸਾਡੀ ਕੋਈ ਸੁਣਵਾਈ ਨਹੀਂ। ਤੁਹਾਡੇ ਸਾਹਮਣੇ ਅੱਜ ਜੋ ਵੀ ਸਾਡੇ ਨਾਲ ਹੋਇਆ। ਅਰਨਾ ਜੀ ਤੁਹਾਡਾ ਮੈਂ ਵਾਰਡ ਨੰਬਰ 35 ਤੋਂ ਲਾਸਟ ਟਾਈਮ ਵੀ ਆਪਣੀ 26 ਤਰੀਕ ਨੂੰ ਮੀਟਿੰਗ ਸੀਗੀ ਤੇ ਉਦੋਂ ਵੀ ਮੇਅਰ ਸਾਹਿਬ ਨੇ, ਤੁਸੀਂ ਵੀ ਉੱਥੇ ਹੀ ਸੀਗੇ, ਵੀ ਅਸ਼ੋਰ ਕੀਤਾ ਸੀਗਾ ਵੀ ਅਗਲੀ ਮੀਟਿੰਗ ਤੱਕ ਤੁਹਾਡੇ ਕੰਮ ਸ਼ੁਰੂ ਹੋ ਜਾਣਗੇ, ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ। ਅੱਜ MC ਖੜਾ ਹੋ ਕੇ ਬੋਲਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਸੁਣਦਾ ਹੀ ਨਹੀਂ। ਠੀਕ ਹੈ, ਉਠਾਏ ਚਲੇ ਜਾਂਦੇ ਆ ਤੇ ਦਿਸ ਇਜ਼ ਨਾਟ ਫੇਅਰ ਹੈ ਨਾ। ਸਾਰਿਆਂ ਵਾਸਤੇ ਮਤਲਬ ਆਪਣੇ ਆਪ ਨੂੰ ਵੀ ਅੱਛਾ ਨਹੀਂ ਲੱਗਦਾ ਤੇ ਇਹ ਵੈਸੇ ਵੀ ਹਾਊਸ ਵਾਸਤੇ ਅੱਛਾ ਨਹੀਂ ਹੈ। ਠੀਕ ਹੈ ਨਾ, ਵੀ ਇੱਕ ਗਰਿਮਾ ਹੁੰਦੀ ਹੈ ਕਿ ਹਾਊਸ ਮੀਟਿੰਗ ਤੇ ਬਿਲਕੁਲ ਕੰਮ ਸਾਡਾ ਇੱਕ ਵੀ ਨਹੀਂ ਕੀਤਾ। ਇੱਕ ਰੋਡ ਗਲੀ ਤੋਂ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਅੱਜ ਜਿਹੜਾ ਮੇਅਰ ਸਾਹਿਬ ਨੇ ਤੁਹਾਡੀ ਗੱਲ ਸੁਣੀ ਨਹੀਂ ਤੇ ਉੱਤੇ ਵੀ ਮੀਟਿੰਗ ਉਸ ਤਰ੍ਹਾਂ ਹੀ ਚੱਲੇ ਗਏ। ਹਾਂਜੀ, ਉਸ ਤਰ੍ਹਾਂ ਹੀ ਚੱਲੇ ਗਏ। ਉਹਨਾਂ ਨੂੰ ਸੁਣਨੀ ਚਾਹੀਦੀ ਹੈ। ਸਿਰਫ 13 ਬੰਦੇ ਹੀ ਆਪੋਜੀਸ਼ਨ 'ਚ ਹੈ ਤੇ ਉਹਨਾਂ ਨੂੰ 13 ਬੰਦਿਆਂ ਦੀ ਗੱਲ ਸੁਣਨਾ ਵੀ ਔਖਾ ਹੈ। ਠੀਕ ਹੈ ਨਾ, ਉਹਨਾਂ ਨੂੰ ਹਰ ਬੰਦੇ ਦੀ ਗੱਲ ਸੁਣਨੀ ਚਾਹੀਦੀ, ਕਿਹੜੇ ਕੰਮ ਹੋ ਚਾਹੀਦੇ ਆ, ਕਿਹੜੇ ਪ੍ਰਾਇੋਰਟੀ ਦੇ ਹਿਸਾਬ ਨਾਲ ਹੋਣੇ ਚਾਹੀਦੇ ਆ। ਦੂਸਰੀ ਪ੍ਰੂਨਿੰਗ ਮਸ਼ੀਨ ਦੀ ਅਸੀਂ MC ਫੁੱਲ ਹਾਊਸ ਇਹਨਾਂ ਨੇ ਇੱਕ ਨਾ ਗਰੁੱਪ ਬਣਾਇਆ ਹੋਇਆ। ਉਹਦੇ ਵਿੱਚ ਮੈਂ 20 ਦਿਨ ਪਹਿਲਾਂ ਰਿਕੁਐਸਟ ਪਾਈ ਸੀ ਵੀ ਜਿਸ ਦਿਨ ਤੁਹਾਨੂੰ ਕਨਵੀਨੀਅੰਟ ਹੈ ਸਾਨੂੰ 1 ਦਿਨ ਵਾਸਤੇ ਪ੍ਰੂਨਿੰਗ ਮਸ਼ੀਨ ਚਾਹੀਦੀ ਹੈ। ਅਸੀਂ 3 ਮਹੀਨੇ ਤੁਹਾਨੂੰ ਕੁਝ ਨਹੀਂ ਕਿਹਾ ਕਿਉਂਕਿ ਬਰਸਾਤਾਂ ਦਾ ਮੌਸਮ ਸੀਗਾ ਤੇ ਲੇਕਿਨ ਹੁਣ ਸਾਨੂੰ ਤੁਸੀਂ ਆਪਣੇ ਹਿਸਾਬ ਨਾਲ ਦੇ ਦਿਓ। ਉਹਦਾ ਕੋਈ ਰਿਸਪੌਂਸ ਨਹੀਂ ਕਿਸੇ ਵੀ ਆਫੀਸਰ ਵੱਲੋਂ, ਕਿਸੇ ਵੀ ਕੋਈ ਰਿਸਪੌਂਸ ਨਹੀਂ ਵੀ ਕਦੋਂ ਤੁਹਾਨੂੰ ਦੇਵਾਂਗੇ ਕਿ ਨਹੀਂ ਦੇਵਾਂਗੇ, ਕੋਈ ਮਤਲਬ ਨਹੀਂ। ਤੁਸੀਂ ਰਿਟਰਨ ਵਿੱਚ ਵੀ ਇਹਨਾਂ ਨੂੰ ਕੁਝ ਦਿੰਦੇ ਹੋ? ਰਿਟਰਨ ਦੇ ਵਿੱਚ ਅਸੀਂ 10-15 ਲੈਟਰਸ ਕਮਿਸ਼ਨਰ ਸਾਹਿਬ ਨੂੰ, ਮੇਅਰ ਸਾਹਿਬ ਨੂੰ ਪਰਸਨਲੀ ਵੀ ਮਿਲ ਕੇ ਕਮਿਸ਼ਨਰ ਸਾਹਿਬ ਨੂੰ, ਲੇਕਿਨ ਹਰ ਵਾਰੀ ਅਸ਼ੋਰ ਕਰਦੇ ਆ ਹੋ ਜਾਏਗਾ ਜੀ, ਕਰ ਦਾਂਗੇ ਜੀ, ਹੋ ਜਾਏਗਾ ਸ਼ੁਰੂ, ਹੁਣ ਅਗਲੇ ਹਫਤੇ ਹੋ ਜਾਏਗਾ ਜੀ। ਲੇਕਿਨ ਕਮਿਸ਼ਨਰ ਸਾਹਿਬ ਨੂੰ, ਮੇਅਰ ਸਾਹਿਬ ਨੂੰ ਮੈਂ ਦੱਸਦੀ ਆਈ ਹਾਂ, ਵਰਕ ਆਰਡਰਾਂ ਦੀ ਕਾਪੀਆਂ ਵੀ, ਨੰਬਰ ਵੀ, ਪਲੇਟਾਂ ਦੇ ਵੀ, ਆਪਣੇ ਉਹਨਾਂ ਨੂੰ ਕਿੰਨੇ ਵਜੇ ਅਸੀਂ ਲੈਟਰ ਦੇ ਚੁੱਕੇ ਹਾਂ ਜੀ। ਹਰੇਕ ਮੀਟਿੰਗ 'ਚ ਕਹਿ ਦਿੰਦੇ ਆ ਜੀ ਮੈਡਮ ਜੀ ਹੋ ਜਾਊਗਾ, ਪਰ ਅੱਜ ਤੱਕ ਸਾਡਾ ਕੋਈ ਵਰਕ ਆਰਡਰ ਨਹੀਂ ਹੋਏ। ਮੇਰੇ 5 ਪਾਰਕਾਂ ਦਾ ਵਰਕ ਆਰਡਰ ਹੋਇਆ ਵਾ। ਪਾਰਕ ਨੰਬਰ 1, 2, 3, 5, 8 ਉਹਨਾਂ ਦਾ ਨੰਬਰ ਪਲੇਟਾਂ ਦਾ ਕੰਮ ਹੈਗਾ ਜੀ। ਸਾਡੇ ਨਾਲ ਵਿਤਕਰਾ ਹੋ ਰਿਹਾ ਹੈਗਾ ਜੀ। ਇਹ ਕੰਮ ਕਿਉਂ ਨਹੀਂ ਹੋ ਰਿਹਾ ਹੈਗਾ? ਪਬਲਿਕ ਨੇ ਤਾਂ ਸਾਡੀ ਜਾਨ ਖਾਣੀ ਹੈਗੀ। ਅਸੀਂ ਤਾਂ ਪਬਲਿਕ ਦੇ ਨੁਮਾਇੰਦੇ ਹੈਗੇ ਆ। ਅਸੀਂ ਹਮੇਸ਼ਾ ਆਵਾਜ਼ ਆਪਣੇ ਹਾਊਸ ਦੇ ਵਿੱਚ ਰੱਖਣੀ ਹੈਗੀ ਆ। ਨਹੀਂ, ਇਹ ਵਰਕ ਆਰਡਰ ਕਦੋਂ ਹੋਏ ਸੀ ਤੇ ਕਦੋਂ ਦੇ ਕੰਮ ਰੁਕੇ ਹੋਏ ਨੇ? ਇਹ ਜੀ ਮੈਂ ਇਹਨਾਂ ਨੂੰ ਦਿੱਤੀ ਹੋਈ ਹੈ ਜੀ ਐਪਲੀਕੇਸ਼ਨ ਜੀ, ਮੈਨੂੰ ਲੱਗਦੀ ਸਾਲ 1.5 ਸਾਲ ਹੀ ਹੋ ਗਿਆ।
ਵਰਕ ਆਰਡਰ ਹੋਏ ਨੇ। ਹਾਂਜੀ ਇਹ ਤਾਂ ਕਾਫੀ ਟਾਈਮ ਦਾ ਹੋਇਆ ਵਾ ਤੁਹਾਡੀ ਵਰਕ ਪਹਿਲੀ ਟਰਮ ਦੇ ਵਿੱਚ ਹੋਇਆ ਨਹੀਂ ਪਹਿਲੇ ਟਰਨ ਨੇ 3 ਸਾਲ ਦਾ ਨਹੀਂ ਬਣੀ ਇਹ ਜਿਹੜੀ ਨਵੀਂ ਉਹਦੇ ਵਿੱਚ ਹੋਇਆ ਮੈਂ ਤਾਂ ਪੁੱਛ ਨਹੀਂ ਨਵੇਂ ਦੇ ਤਾਂ ਕੋਈ ਐਸਟੀਮੇਟ ਹੀ ਨਹੀਂ ਬਣਾਏ। ਨਵੀਂ ਮੀਟਿੰਗ ਦੇ ਜਿਹੜੇ ਨਵੇਂ ਹਾਊਸਸ ਚੁਣੇ ਆ ਉਹਦੇ ਵਿੱਚ ਤਾਂ ਕਿਸੇ ਵੀ ਐਮਸੀ ਦੇ ਨਵੇਂ ਐਸਟੀਮੇਟ ਹੈ ਹੀ ਨਹੀਂ। ਇਹ ਸਾਡੇ ਪੁਰਾਣੇ ਵਰਕ ਆਰਡਰ ਹੋਏ ਵੇ ਇਹਨਾਂ ਨੂੰ ਰੋਕਿਆ ਹੋਇਆ ਹੈ ਕੰਮ ਨਹੀਂ ਕਰ ਸੁਹਾਣੇ ਪਿੰਡ ਦਾ ਵੀ ਹੋਇਆ ਬਟ ਉਹਨਾਂ ਨੇ ਕੀ ਕਿਹਾ ਉਸ ਦਿਨ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਫੋਨ ਨੰਬਰ ਦਿੱਤਾ ਕੰਟਰੈਕਟਰ ਦਾ ਪ੍ਰਿੰਸ ਵੀ ਉਹ ਆਊਗਾ ਤੇ ਤੁਹਾਡਾ ਕੰਮ ਦੇਖੂਗਾ ਤੇ ਉਹ ਆਇਆ ਵੀ ਸਾਰਾ ਕੰਮ ਦੇਖ ਕੇ ਗਿਆ ਤੇ ਉਹਨੇ ਕਿਹਾ ਵੀ ਮੈਂ ਮੰਡੇ ਤੋਂ ਕੰਮ ਸਟਾਰਟ ਕਰਾ ਦੂੰਗਾ ਬਟ 1.5 ਮਹੀਨਾ ਹੋ ਗਿਆ ਉਹਨਾਂ ਦਾ ਮੰਡੇ ਨਹੀਂ ਆਇਆ। ਉਹ ਕਹਿੰਦੇ ਸਾਨੂੰ ਕੰਮ ਤੋਂ ਰੋਕ ਦਿੱਤਾ ਗਿਆ ਹੈ। ਏਦਾਂ ਹੀ ਕਹਿੰਦੇ ਆ ਜੀ ਤੁਸੀਂ ਕੁਝ ਕਹਿ ਰਹੇ ਸੀ ਵੀ ਇਹਨਾਂ ਨੇ ਕੋਈ ਸੀਵਰੇਜ ਕਲੀਅਰ ਕੀਤੇ ਬਗੈਰ ਹੀ ਗਲੀ ਪਾਤੀ ਹੈ। ਸਰ ਆ ਦੇਖੋ ਜੀ ਅੱਜ ਤੋਂ 10 ਦਿਨ ਪਹਿਲਾਂ ਸਰ ਗਏ ਪਿੰਡ ਦੇ ਵਿੱਚ ਮੇਅਰ ਸਾਹਿਬ ਗਏ ਜਿਨ੍ਹਾਂ ਨੇ ਉਦਘਾਟਨ ਕੀਤਾ ਗਲੀ ਦਾ ਤੇ ਐਮਸੀ ਨੂੰ ਬਿਲਕੁਲ ਇਨਫੋਰਮ ਨਹੀਂ ਕੀਤਾ ਗਿਆ। ਸਰ ਆਏ ਆ ਜਾਂ ਨਹੀਂ ਆਏ ਸਾਨੂੰ ਕੁਝ ਨਹੀਂ ਪਤਾ, ਸਾਨੂੰ ਤਾਂ ਫੋਟੋਆਂ ਤੋਂ ਪਤਾ ਲੱਗਿਆ ਸਾਡੇ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ। ਠੀਕ ਹੈ ਜੀ ਇਹ ਸ਼ਰੇਆਮ ਪੱਖਪਾਤ ਹੈ ਸਰ। ਦੇਖੋ ਸਰ 10 ਮੀਟਿੰਗਾਂ ਮਤਲਬ ਘੱਟੋ ਘੱਟ ਇੰਨੀਆਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਸ਼ਰੇਆਮ ਕਹਿ ਰਹੇ ਆ ਕਿ ਨਹੀਂ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਸਰ। ਨਹੀਂ ਤੁਸੀਂ ਕੁਝ ਕਹਿ ਰਹੇ ਸੀ ਸੀਵਰੇਜ ਉਹਦੇ ਵਿੱਚ ਇਹ ਹੈ ਕਿ ਜਿਹੜੀ ਇਹ ਗਲੀ ਹੈ ਜੀ ਇਹਦੇ ਵਿੱਚ ਅਸੀਂ ਇੰਨੇ ਦਿਨਾਂ ਤੋਂ ਰਿਕੁਐਸਟ ਦੇ ਰਹੇ ਹਾਂ ਕਿ ਸਾਡੀ ਕਲੀਅਰ ਕੀਤਾ ਹੈ ਸੀਵਰੇਜ ਉਹ ਟੋਟਲੀ ਚੋਕ ਹੈ ਸਰ। ਤੇ ਉਹ ਹੁਣ ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਹੁਣ ਬਣਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਇਹ ਨਹੀਂ ਪਤਾ ਕੰਟਰੈਕਟਰ ਕੌਣ ਹੈ ਜੀ ਉਹਦੇ ਵਿੱਚ ਕੀ ਉਹ ਯੂਜ਼ ਕਰੇਗਾ ਕਿੱਦਾਂ ਦਾ ਮਟੀਰੀਅਲ ਯੂਜ਼ ਕਰੇਗਾ ਸਾਨੂੰ ਕੁਝ ਨਹੀਂ ਪਤਾ। ਉਹਦਾ ਜ਼ਿੰਮੇਵਾਰ ਕੌਣ ਹੈ ਸਰ? ਕਾਰਪੋਰੇਸ਼ਨ ਦਾ ਨੁਕਸਾਨ ਹੋ ਰਿਹਾ ਹੈ। ਹੁਣ ਉਹ ਬਣਾਉਣੀ ਤਾਂ ਸ਼ੁਰੂ ਕਰਤੀ ਇਹਨਾਂ ਨੇ ਪਰ ਦੇਖੋ ਜਦੋਂ ਉਹ ਟੋਟਲੀ ਚੋਕ ਹੈਗੀ ਆ ਤਾਂ ਉਹਨੂੰ ਫੇਰ ਪੱਟਣਗੇ ਦੁਬਾਰਾ ਫੇਰ ਉਹਨੂੰ ਕਲੀਅਰ ਕਰਨਗੇ। ਇਹ ਤਾਂ ਬੈਟਰ ਹੈ ਕਿ ਪਹਿਲਾਂ ਹੀ ਉਹਨੂੰ ਕਲੀਅਰ ਕੀਤਾ ਜਾਵੇ। ਇਹ ਐਮਸੀ ਤੋਂ ਪਹਿਲਾਂ ਪੁੱਛਣਾ ਚਾਹੀਦਾ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਸਾਨੂੰ ਦੱਸਣ। ਮੇਰੇ ਕੋਲ ਤਾਂ ਲਿਸਟ ਹੈ ਇਹਨਾਂ ਨੂੰ ਪਹਿਲਾਂ ਵੀ ਦੇ ਚੁੱਕੀ ਹਾਂ ਮੈਂ। ਜੇ ਐਦਾਂ ਹੀ ਕੰਮ ਕਰਨੇ ਇਹਨਾਂ ਨੇ ਜਿਹੜੇ ਤੁਸੀਂ ਕੰਮ ਦਿੱਤੇ ਕੋਈ ਨਹੀਂ ਪਾਏ ਇਹਨਾਂ ਨੇ ਸਰ ਕੋਈ ਕੰਮ ਨਹੀਂ ਜੀ ਸਾਨੂੰ। ਇਸ ਮਾਮਲੇ ਵਿੱਚ ਮੀਟਿੰਗ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਸੀਗੀ ਕਿ ਸਾਡਾ ਜਿਹੜਾ ਫਾਇਰ ਸਟੇਸ਼ਨ ਸੀ ਬਿਲਕੁਲ ਇੱਕ ਕੋਨੇ ਤੇ ਸੀਗਾ ਤੇ ਅਸੀਂ ਚਾਹੁੰਦੇ ਸੀ ਕਿ ਮੋਹਾਲੀ ਕਾਫੀ ਡਿਵੈਲਪ ਹੋ ਚੁੱਕਿਆ ਹੈਗਾ ਤੇ ਇਹ ਬਸ ਸਾਨੂੰ 2 ਸਟੇਸ਼ਨ ਚਾਹੀਦੇ ਨੇ। ਉਹ ਦੂਸਰਾ ਫਾਇਰ ਸਟੇਸ਼ਨ 78 ਦੇ ਵਿੱਚ ਨਵਾਂ ਲੈ ਕੇ ਆ ਰਹੇ ਹਾਂ ਮੇਅਰ ਸਾਹਿਬ। ਅਗਲੀ ਗੱਲ ਇਹ ਹੈਗੀ ਹੈ ਕਿ ਜਿਹੜਾ ਸਫਾਈ ਦਾ ਹੈਗਾ ਸੀਗਾ ਪਿਛਲੇ 6 ਸਾਲ ਤੋਂ ਠੇਕਾ ਚੱਲ ਰਿਹਾ ਤੇ ਅਸੀਂ ਉਹ ਨੈਕਸਟ ਉਹਦਾ ਥੋੜਾ ਟਾਈਮ ਸਪੈਂਡ ਕਰਕੇ ਨਵਾਂ ਟੈਂਡਰ ਨੂੰ ਜਾ ਰਹੇ ਹਾਂ। ਤੀਸਰਾ ਹੈਗਾ ਕਿ ਬੰਦੇ ਕੰਟਰੈਕਟ ਦੇ ਸਾਰੇ ਸੀਗੇ ਉਹਨਾਂ ਨੇ ਡਾਇਰੈਕਟ ਦੀ ਪੇ ਹੈਗੀ ਆ ਉਹ ਕਾਰਪੋਰੇਸ਼ਨ ਵੱਲੋਂ ਹੋਇਆ ਕਰੇਗੀ ਤੇ ਕੰਮ ਉਸ ਤਰ੍ਹਾਂ ਹੀ ਕਰਨਗੇ ਮੈਨੂੰ ਤਰੀਕੇ ਦੇ। ਤੇ ਸਰ ਜਿਸ ਤਰ੍ਹਾਂ ਦਾ ਪੱਖਪਾਤ ਦਾ ਰਵੱਈਆ ਲੱਗ ਰਿਹਾ ਹੈ ਕਿ ਵੀ ਪੱਖਪਾਤ ਕੀਤਾ ਜਾ ਰਿਹਾ ਹੈ ਆਪੋਜੀਸ਼ਨ ਨੂੰ ਕੋਈ 2-4 ਘਰ ਹੈਗੇ ਨੇ ਉਹ ਸਾਹਮਣੇ ਕੋਈ ਐਸੀ ਗੱਲ ਨਹੀਂ ਆਪਣੀ ਆਪ ਹੀ ਕਹਿ ਰਹੇ ਨੇ ਕਿ ਸਾਡੇ ਕੰਮਾਂ ਦੇ ਆਰਡਰ ਪਾਸ ਹੋ ਚੁੱਕੇ ਨੇ ਕੰਮ ਸ਼ੁਰੂ ਨਹੀਂ ਹੋਇਆ। ਮੈਂ ਕਿਹਾ ਜੀ 2-4 ਦਿਨ ਦਾ ਕੰਮ ਸ਼ੁਰੂ ਹੋ ਜਾਣਗੇ ਆਰਡਰ ਪਾਸ ਹੋ ਚੁੱਕਿਆ ਹੈ ਤੇ ਉਹ ਕੰਮ ਕਿਵੇਂ ਰੁਕ ਜਾਊਗਾ? ਕੰਮ ਹੋ ਹੀ ਜਾਣਾ ਹੈਗਾ ਤੇ ਕੋਈ ਕਹਿੰਦਾ ਜੋ ਗਲੀ ਦੇ ਥੱਲੇ ਸੀਵਰੇਜ ਦੀ ਕੋਈ ਹੈਗੀ ਆ ਉਹੀ ਚੈੱਕ ਕਰਵਾਉਣਾਗੇ ਕੋਈ ਸਰ। ਫਾਇਰ ਸਟੇਸ਼ਨ ਪਹਿਲਾਂ ਹੀ 2019 ਪਾਸ ਹੋ ਚੁੱਕਿਆ ਸੀ ਹੁਣ ਨਵਾਂ ਦੀ ਹੈ ਇਹਦੇ ਵਿੱਚ ਜਗ੍ਹਾ ਬਣਾਈ ਹੈ ਬਣਾਇਆ ਨਹੀਂ ਜੀ। ਉਹ ਹਮੇਸ਼ਾ ਕਈ ਵਾਰੀ ਕਈ ਚੀਜ਼ਾਂ ਪਾਸ ਹੋਈਆਂ ਸੀ ਕੰਮ ਬਹੁਤ ਨਹੀਂ ਮੋਹਾਲੀ 'ਚ ਹੋਏ ਸੀ ਪਰ ਹੁਣ ਜੋ ਪਾਸ ਹੋ ਰਿਹਾ ਕੰਮ ਵੀ ਹੋ ਰਿਹਾ ਜੀ। ਮੇਅਰ ਸਾਹਿਬ ਮੋਹਾਲੀ ਵਿੱਚ 2 ਨਵੇਂ ਫਾਇਰ ਸਟੇਸ਼ਨ ਪਾਸ ਹੋਏ ਸੀ। ਮੇਅਰ ਸਾਹਿਬ ਜਿਹੜੀ ਮੇਰੀ ਜਾਣਕਾਰੀ ਮੁਤਾਬਕ ਇੱਕ ਫਾਇਰ ਸਟੇਸ਼ਨ ਦੀ ਜ਼ਮੀਨ ਵਾਪਸ ਲੈ ਲਈ ਗਈ ਹੈ ਉਹਦੇ ਬਾਰੇ ਦੱਸੋ। ਸਾਹਮਣੇ ਐਕਚੁਅਲੀ ਸਰ ਸਾਹਮਣੇ ਦੇਖ ਕੇ ਜਰਾ ਗਮਾਡਾ ਨੂੰ ਸਾਨੂੰ ਕਿਹਾ ਮੈਂ ਜਿੰਨਾ ਕੁ ਮੈਂ ਸਮਝਦਾ 78 ਦੇ ਵਿੱਚ ਇੱਕ ਜਗ੍ਹਾ ਹੈਗੀ ਆ ਉਹ ਫਾਇਰ ਸਟੇਸ਼ਨ ਵਾਲੀ ਜਗ੍ਹਾ ਅਸੀਂ ਉੱਥੇ ਫਾਇਰ ਸਟੇਸ਼ਨ ਆ ਮਤਲਬ ਉਹ ਤੁਹਾਨੂੰ ਜਗ੍ਹਾ ਚੇਂਜ ਕਰਕੇ ਦਿੱਤੀ ਗਈ ਹੈ। ਇੱਕ ਜਗ੍ਹਾ ਤੁਹਾਡੇ ਕੋਲ ਵਾਪਸ ਲੈ ਲਈ ਕਮਾਂਡਾਂ ਨੇ ਜਿਹੜੀ ਜਗ੍ਹਾ ਉਹ ਵਾਪਸ ਲੈ ਲਈ ਜਿਹੜੀ 78 ਦੀ ਨਵੀਂ ਜਗ੍ਹਾ ਦੀ ਅਸੀਂ ਨਵਾਂ ਦਿੱਤੀ ਜਿਹੜੀ ਪੁਰਾਣੀ ਹੋਈ ਸੀਗੀ ਉਹ ਤੁਹਾਡੇ ਕੋਲ ਹੈਗੀ ਹੈ ਉਹ ਆਲਰੇਡੀ ਹੈਗੀ ਜਿਹੜੀ ਹੁਣ ਰੇੜੀਆਂ ਫੜੀਆਂ ਵਾਲਾ ਇੱਕ ਜਿਹੜਾ ਇਸ਼ੂ ਚੱਕਿਆ ਸੀ ਸਾਬਕਾ ਡਿਪਟੀ ਮੇਅਰ ਨੇ ਇਹਦੇ ਬਾਰੇ ਦੱਸੋ ਵੀ ਜਿਹੜਾ ਇਹ ਰੇੜੀਆਂ ਫੜੀਆਂ ਨੇ ਇਹਦੇ ਬਾਰੇ ਬਕਾਇਦਾ ਤੌਰ ਤੇ ਉਹ ਕਹਿੰਦੇ ਕੰਟੈਂਪਟ ਦੀ ਤਿਆਰੀ ਅਸੀਂ ਕਰ ਰਹੇ ਹਾਂ ਉਹਦੇ ਬਾਰੇ ਦੱਸੋ ਵੀ ਮੋਹਾਲੀ ਦੇ ਵਿੱਚ ਰੇੜੀਆਂ ਫੜੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਪਹਿਲਾਂ ਨਾਲੋਂ ਤੁਹਾਨੂੰ ਵੀ ਪਤਾ ਇਹਦੇ ਬਾਰੇ ਕੀ ਕਾਰਵਾਈ ਕਰ ਰਹੇ ਹੋ? ਵੱਧ ਹੀ ਚੁੱਕੀਆਂ ਇਹ ਪਹਿਲਾਂ ਤੋਂ ਹੀ ਪਿਛਲੇ ਕਈ ਸਾਲਾਂ ਤੋਂ ਵਧੀਆ ਹੋਈਆਂ ਨੇ। ਅਸੀਂ ਡੇ ਬਾਈ ਡੇ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾਂ ਕਰੋਨੇ ਕਰਕੇ ਥੋੜੀ ਸਖਤੀ ਘੱਟ ਸੀਗੀ ਇਹ ਲੋਕਾਂ ਨੂੰ ਦੂਰ ਜਾਣਾ ਮੁਸ਼ਕਲ ਸੀਗਾ ਤੇ ਜਿਹੜੇ ਉਹ ਦਿਹਾੜੀਦਾਰ ਬੰਦੇ ਜਿਹੜੇ ਰੇੜੀਆਂ ਫੜੀਆਂ ਲਾਉਂਦੇ ਨੇ ਸਾਨੂੰ ਇਹ ਸੀਗਾ ਕਿ ਕਮ ਸੇ ਕਮ ਕੋਲ ਰੋਟੀ ਤੋਂ ਤੰਗ ਨਾ ਰਹੇ ਤੇ ਹੁਣ ਅਸੀਂ ਜਿਹੜੀ ਸਖਤੀ ਆ ਅਸੀਂ ਕੱਲ੍ਹ ਵੀ ਮੀਟਿੰਗ ਕੀਤੀ ਆ ਅਸੀਂ 4 ਜ਼ੋਨਾਂ ਦੇ ਵਿੱਚ ਮੋਹਾਲੀ ਨੂੰ ਵੰਡਤਾ ਤੇ ਅਸੀਂ ਹਰ ਜ਼ੋਨ ਦੀ ਵੱਖਰੀ ਡਿਊਟੀ ਲਾਤੇ ਵੱਖਰਾ ਸਟਾਫ ਵੱਖਰੀ ਗੱਡੀ ਦੇਤੀ ਤੇ ਮੇਰਾ ਖਿਆਲ ਹੈ ਕਿ ਅਸੀਂ ਹੁਣ 10-15 ਦੇ ਵਿੱਚ ਇਹਨੂੰ ਕੰਟਰੋਲ ਕਰਨਾ। ਮਤਲਬ ਕੀ ਤੁਸੀਂ ਇਹਨੂੰ ਟਾਈਮ ਬਾਉਂਡ ਕਰ ਰਹੇ ਹੋ ਕੀ ਜਿਹੜੇ ਕਰਮਚਾਰੀ ਜਿਹੜੀ ਹੁਣ ਕਾਰਵਾਈ ਨਹੀਂ ਕਰਦੇ ਕੀ ਉਹਨਾਂ ਦੇ ਖਿਲਾਫ ਕੋਈ ਡਿਸਪਲਿਨਰੀ ਐਕਸ਼ਨ ਹੋਊਗਾ? ਬਿਲਕੁਲ ਜੀ ਪਹਿਲਾਂ ਤਾਂ ਅਸੀਂ ਆਪਣੇ ਲੈਵਲ ਤੇ ਜੋ ਸਾਡਾ ਦਫ਼ਤਰੀ ਕਾਰਵਾਈ ਬਣਦੀ ਆ ਅਸੀਂ ਸਾਰੇ ਆਪਣੇ ਦੇ ਅਫਸਰ ਸਾਹਿਬਾਨ ਨੇ ਡਿਊਟੀਆਂ ਲਾਈਆਂ ਨੇ ਤੇ ਉਸ ਤੋਂ ਬਾਅਦ ਜੇ ਕੋਈ ਲੱਗੂਗੀ ਸਾਨੂੰ ਕਮੀ ਪੇਸ਼ੀ ਮੇਰੇ ਖਿਲਾਫ ਕਾਰਵਾਈ ਨਹੀਂ ਕਰਾਂਗੇ। ਅਫਸਰਾਂ ਦੇ ਖਿਲਾਫ ਨਹੀਂ ਜਿਹੜੇ ਮੁਲਾਜ਼ਮ ਜਿਹੜੇ ਕੰਮ ਕਰਦੇ ਨੇ
ਅਫਸਰਾਂ ਦਾ ਜਵਾਬ ਲਵਾਂਗੇ ਵੀ ਕਿਉਂ ਨਹੀਂ ਹੋ ਰਿਹਾ, ਕਾਰਨ ਕੀ ਹੈ। ਟਾਈਮ ਬਾਉਂਡ ਹੈ ਮਹੀਨਾ ਮਹੀਨੇ ਲਾ ਲਓ ਕਿ ਮਹੀਨੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਡਿਵੈਲਪਮੈਂਟ ਦਿਖੂਗੀ। ਸਟਰੀਟ ਵੈਂਡਰ ਐਕਟ ਦਾ ਉਹਦੇ ਬਾਰੇ ਭਾਜੀ ਜੋ ਹੈਗਾ ਆਲਰੇਡੀ ਚੱਲ ਹੀ ਰਿਹਾ ਹੈਗਾ, ਉਹਦੇ 'ਚ ਕੋਈ ਚੇਂਜ ਨਹੀਂ ਹੈ। ਥੈਂਕਸ ਸਰ।